बीती रात ਅੰਮ੍ਰਿਤਸਰ ਦੇ ਨਿਊ ਸ਼ਹੀਦ ਊਧਮ ਸਿੰਘ ਨਗਰ ਦੇ ਵਿੱਚ 19 ਨੰਬਰ ਗਲੀ ਦੇ ਵਿੱਚ ਇੱਕ ਕਾਰ ਨੂੰ ਅੱਗ ਲੱਗ ਜਾਂਦੀ ਹੈ ਤਾਂ ਅੱਗ ਇੰਨੀ ਜ਼ਿਆਦਾ ਲੱਗਦੀ ਹੈ ਕਿ 2 ਮੰਜ਼ਲਾਂ ਸੜ ਕੇ ਸਵਾਹ ਹੋ ਜਾਂਦੀਆਂ ਨੇ। ਤਾਂ ਪਹਿਲਾਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਕਿ ਉਸ ਕਾਰ ਦੇ ਵਿੱਚ ਰਾਤ ਨੂੰ ਅੱਗ ਲੱਗੀ ਸੀ ਤਾਂ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਵਿਆਹ ਦੇਖਣ ਦੇ ਲਈ ਗਏ ਸੀ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਦਾ ਤਾਂ ਉਹ ਵਿਆਹ ਤੋਂ ਵਾਪਸ ਆਉਂਦੇ ਨੇ ਤਾਂ ਉਹਨਾਂ ਦੇ ਘਰ ਦੇ ਵਿੱਚ ਅੱਗ ਲੱਗੀ ਹੁੰਦੀ ਹੈ ਤਾਂ ਅੱਗ ਇੰਨੀ ਜ਼ਿਆਦਾ ਹੁੰਦੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ 2 ਮੰਜ਼ਲਾਂ ਸੜ ਕੇ ਸਵਾਹ ਹੋ ਚੁੱਕੀਆਂ ਨੇ। ਫਿਲਹਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਪਹੁੰਚਦੀਆਂ ਨੇ ਤਾਂ 2 ਤੋਂ 3 ਗੱਡੀਆਂ ਇੱਥੇ ਪਹੁੰਚਦੀਆਂ ਨੇ ਤਾਂ ਉਹਨਾਂ ਦੇ ਵੱਲੋਂ ਅੱਗ ਬੁਝਾਉਣ ਦੇ ਉੱਪਰ ਕਾਬੂ ਪਾਇਆ ਜਾਂਦਾ। ਫਿਲਹਾਲ ਜਿਹੜਾ ਕਾਰਾ ਪੂਰਾ ਸੜ ਕੇ ਸਵਾਹ ਹੋ ਗਿਆ ਤਾਂ ਤਸਵੀਰਾਂ ਲਗਾਤਾਰ ਅਸੀਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਜਗਬਨ ਟੀਵੀ ਤੇ। ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਘਰ ਦੇ ਬਾਹਰ ਇੱਕ ਕਰਿਆਨੇ ਦੀ ਦੁਕਾਨ ਸੀ ਤਾਂ ਕਰਿਆਨੇ ਦੀ ਦੁਕਾਨ ਦੇ ਵਿੱਚ ਕਾਫੀ ਜ਼ਿਆਦਾ ਸਮਾਨ ਪਿਆ ਹੋਇਆ ਸੀ ਤਾਂ ਉਹ ਵੀ ਸੜ ਕੇ ਸਵਾਹ ਹੋ ਚੁੱਕਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਲੋਹੇ ਦਾ ਕਾਊਂਟਰ ਹੀ ਸਿਰਫ ਬਚਿਆ ਹੋਇਆ ਦਿਖਾਈ ਦੇ ਰਿਹਾ ਤਾਂ ਉਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਾਂ ਪਰਿਵਾਰਕ ਮੈਂਬਰ ਸਾਡੇ ਨਾਲ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਹੋ ਜਿਹੜੀ ਰਾਤ ਨੂੰ ਅੱਗ ਲੱਗੀ ਹੈ ਜੀ? मैं विक्की बबरा आसरा वेलफेयर फाउंडेशन रजिस्टर श्री ਅੰਮ੍ਰਿਤਸਰ ਤੋਂ। बीती रात ਇੱਥੇ ਜੋ ਅੱਗ ਲੱਗੀ ਹੈ ਸਾਨੂੰ ਕਿਸੇ ਆਂਢ ਗੁਆਂਢ ਚੋਂ ਫੋਨ ਆਇਆ ਕਿ ਵੀ ਤੁਹਾਡੀ ਸੰਸਥਾ ਦੇ ਕਿਸੇ ਮੈਂਬਰ ਦੇ ਘਰ ਅੱਗ ਲੱਗੀ ਹੈ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਹ ਉਹ ਸ਼ਖਸ ਹੈ ਕਿ ਜਿਸ ਨੇ ਲੋਕਡਾਊਨ ਦੇ ਦੌਰਾਨ ਹਰ ਘਰ ਦੇ ਵਿੱਚ ਰਾਸ਼ਨ ਮੁਹੱਈਆ ਕਰਵਾਇਆ। ਇਸੇ ਕਰਿਆਨੇ ਦੀ ਦੁਕਾਨ ਤੋਂ ਉੱਤੋਂ ਘੱਟੋ ਘੱਟ 80% ਲੋੜਵੰਦ ਪਰਿਵਾਰਾਂ ਨੂੰ ਜਿਹੜਾ ਰਾਸ਼ਨ ਹੈ ਮੁਹੱਈਆ ਕਰਵਾਇਆ ਗਿਆ। ਤੇ ਅੱਜ ਤੁਹਾਨੂੰ ਦਿਖਾਉਣਾ ਚਾਹ ਰਹੇ ਹਾਂ ਕਿ 3 ਤੋਂ 3.5 ਲੱਖ ਰੁਪਏ ਦਾ ਜਿਹੜਾ ਇੱਥੇ ਰਾਸ਼ਨ ਸੀਗਾ ਕਰਿਆਨੇ ਦੀ ਦੁਕਾਨ ਦੇ ਉੱਤੇ ਸਾਰਾ ਸਮਾਨ ਜਲ ਕੇ ਰਾਖ ਹੋ ਗਿਆ। ਘਰ ਦੇ ਜੋ ਪਲਸਤਰ ਹੈ, ਜੋ ਹਾਲਾਤ ਨੇ ਉਹ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਅੱਗ ਨੇ ਕਿੱਦਾਂ ਤਾਂਡਵ ਮਚਾਇਆ ਹੋਏਗਾ। ਮੌਕੇ ਅਸੀਂ ਤੁਹਾਨੂੰ ਘਰ ਦੇ ਅੰਦਰ ਦੀਆਂ ਤਸਵੀਰਾਂ ਦਿਖਾਵਾਂਗੇ। ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਅੰਦਰ ਕਾਫੀ ਜ਼ਿਆਦਾ ਜਿਹੜਾ ਸਮਾਨ ਪਿਆ ਹੋਇਆ ਸੀ ਜੋ ਕਿ ਸੜ ਕੇ ਪੂਰਾ ਸਵਾਹ ਹੋ ਚੁੱਕਾ। ਤਾਂ ਫਿਲਹਾਲ ਜਿਹੜੇ ਪਰਿਵਾਰਕ ਮੈਂਬਰ ਇੱਥੇ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਰਾਤ ਨੂੰ ਆਪਣੇ ਘਰ ਦੇ ਵਿੱਚ ਦੇਖਿਆ ਜਾਂਦਾ ਤਾਂ ਕਾਫੀ ਸਾਰੀ ਅੱਗ ਲੱਗੀ ਹੁੰਦੀ ਹੈ। ਤੁਸੀਂ ਦੇਖ ਸਕਦੇ ਹੋ ਕੰਧਾਂ ਦੇ ਉੱਪਰ ਜਿਹੜੀਆਂ ਟਾਈਲਾਂ ਲੱਗੀਆਂ ਸੀ ਉਹ ਵੀ ਲੱਥ ਚੁੱਕੀਆਂ ਨੇ। ਤਾਂ ਤਸਵੀਰਾਂ ਅਸੀਂ ਤੁਹਾਨੂੰ ਘਰ ਦੇ ਵਿੱਚ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਕਾਫੀ ਮਾੜੇ ਹਾਲਾਤ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਰਾਤ ਨੂੰ ਇੱਥੇ ਅੱਗ ਲੱਗ ਜਾਂਦੀ ਹੈ ਤਾਂ ਸ਼ਾਰਟ ਸਰਕਟ ਹੁੰਦਾ ਤਾਂ ਉਹ ਵੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਇਸ ਤਾਰਾਂ ਦੇ ਨਾਲ ਜਿਹੜਾ ਸ਼ਾਰਟ ਸਰਕਟ ਹੈ ਘਰ ਦੇ ਵਿੱਚ ਹੋਇਆ ਤਾਂ ਜਿਹੜੀਆਂ ਤਾਰਾਂ ਅੰਡਰਗਰਾਊਂਡ ਜਾ ਰਹੀਆਂ ਸੀ ਤਾਂ ਉਹਦੇ ਕਾਰਨ ਪੂਰਾ ਘਰ ਜਿਹੜਾ ਸੜ ਕੇ ਸਵਾਹ ਹੋ ਚੁੱਕਾ। ਤਾਂ ਤੁਸੀਂ ਦੇਖ ਸਕਦੇ ਹੋ ਘਰ ਦੀ ਕੋਈ ਵੀ ਚੀਜ਼ ਐਸੀ ਨਹੀਂ ਹੈ ਜਿਹੜੀ ਕਿ ਬਚੀ ਹੋਵੇ ਪਰ ਸਾਰੇ ਘਰ ਦੀਆਂ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਸਾਰੇ ਘਰ ਦਾ ਜਿਹੜਾ ਸਮਾਨ ਹੈ ਉਹ ਇਸ ਵੇਲੇ ਖਰਾਬ ਹੋ ਚੁੱਕਾ ਤਾਂ ਅੱਗ ਲੱਗ ਚੁੱਕੀ ਹੈ। ਤਾਂ ਨਾਲ ਅਸੀਂ ਗੱਲਬਾਤ ਜਾਰੀ ਰੱਖਾਂਗੇ। ਤਾਂ ਸਰ, ਕੀ ਕਹਿਣਾ ਚਾਹੁੰਦੇ ਹੋ, ਕਿੰਨੀਆਂ ਕੁ ਗੱਡੀਆਂ ਰਾਤੀ ਇੱਥੇ ਪਹੁੰਚੀਆਂ ਜੀ? ਕੱਲ ਰਾਤ ਇੱਥੇ 1 ਤੋਂ 2 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਨੇ ਤੇ ਉਹਨਾਂ ਨੇ ਆ ਕੇ ਜਦੋਂ ਇੱਥੇ ਅੱਗ ਲੱਗੀ 1.5 ਘੰਟੇ ਦੀ ਸਖਤ ਮਿਹਨਤ ਦੇ ਨਾਲ ਇਹ ਅੱਗ ਨੂੰ ਬੁਝਾਇਆ। ਤੇ ਘਰ ਦੇ ਵਿੱਚ ਉਸ ਟਾਈਮ ਦੇ ਉੱਤੇ 2 ਤੋਂ 3 ਸਿਲੰਡਰ ਸੀਗੇ ਅੱਗ ਦੇ। ਅਗਰ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ 10 ਮਿੰਟ ਵੀ ਲੇਟ ਹੋ ਜਾਂਦੀਆਂ ਤੇ ਜਿਹੜਾ ਇਹ ਇੱਥੇ ਜਿਹੜੇ ਘਟਨਾ ਦਾ ਜਿਹੜਾ ਮੰਜ਼ਰ ਸੀ ਉਹ ਜਿਹੜਾ ਹੋਰ ਕੁਝ ਬਿਆਨ ਕਰਨਾ ਸੀਗਾ ਉਹਨੇ, ਕਿਉਂਕਿ ਉਹ ਬਲਾਸਟ ਵੀ ਕਰ ਸਕਦੇ ਸੀ ਸਿਲੰਡਰ। ਸੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਅਪੀਲ ਵੀ ਕਰਨਾ ਚਾਹੁੰਦਾ ਜਨਤਾ ਨੂੰ ਕਿ ਵੀ ਜਨਤਾ ਅਗਰ ਜਦੋਂ ਕੋਈ ਇਹੋ ਜਿਹੀ ਅਣਸੁਖਾਵੀ ਘਟਨਾ ਹੁੰਦੀ ਹੈ ਤੇ ਆਪਣੇ ਮੋਬਾਈਲ ਲੈ ਕੇ ਵੀਡੀਓ ਬਣਾਉਣਾ ਸ਼ੁਰੂ ਕਰ ਦਿੰਦੀ ਹੈ। ਤੇ ਸੋ ਇਹ ਬਹੁਤ ਹੀ ਇੱਕ ਜਿਹੜੀ ਮੰਦਭਾਗੀ ਘਟਨਾ ਵਾ ਕਿ ਵੀ ਜਦੋਂ ਕਿਤੇ ਇਹੋ ਜਿਹੀ ਟ੍ਰੈਜੇਡੀ ਹੁੰਦੀ ਹੈ ਤੇ ਉਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਨਾ ਕਿ ਵੀਡੀਓ ਬਣਾ ਕੇ ਵਾਇਰਲ ਕਰਨੀਆਂ ਚਾਹੀਦੀਆਂ ਨੇ। ਤੁਸੀਂ ਦੇਖਿਆ ਕਿ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਤਾਂ ਘਰ ਦੇ ਕਾਫੀ ਮਾੜੇ ਹਾਲਾਤ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਪੂਰਾ ਘਰ ਸੜ ਕੇ ਸਵਾਹ ਹੋ ਚੁੱਕਾ। ਕੋਈ ਵੀ ਚੀਜ਼ ਐਸੀ ਨਹੀਂ ਹੈ ਜਿਹੜੀ ਕਿ ਬਚੀ ਹੋਵੇ ਤਾਂ ਘਰ ਦਾ ਸਾਰਾ ਸਮਾਨ ਸੜ ਗਿਆ। ਤਾਂ ਤੁਹਾਨੂੰ ਅਸੀਂ ਦੂਸਰੀ ਮੰਜ਼ਲ ਦੀਆਂ ਵੀ ਤਸਵੀਰਾਂ ਦਿਖਾਵਾਂਗੇ। ਤਾਂ ਇਸ ਵੇਲੇ ਅਸੀਂ ਦੂਸਰੀ ਮੰਜ਼ਲ ਦੇ ਉੱਪਰ ਪਹੁੰਚ ਚੁੱਕੇ ਹਾਂ ਤਾਂ ਦੂਸਰੀ ਮੰਜ਼ਲ ਦਾ ਵੀ ਤੁਹਾਨੂੰ ਮੰਜ਼ਰ ਅਸੀਂ ਦਿਖਾਵਾਂਗੇ ਕਿਸ ਤਰ੍ਹਾਂ ਬੁਰੇ ਹਾਲਾਤ ਨੇ। ਤੁਸੀਂ ਦੇਖ ਸਕਦੇ ਹੋ ਕਿ ਬੈੱਡ ਤਾਂ ਜਿਹੜੀਆਂ ਅਲਮਾਰੀਆਂ ਪਈਆਂ ਹੋਈਆਂ ਨੇ ਤਾਂ ਉਹ ਵੀ ਸਾਰੀਆਂ ਹੀ ਅੱਗ ਦੇ ਨਾਲ ਸਵਾਹ ਹੋ ਚੁੱਕੀਆਂ ਨੇ। ਤਾਂ ਪੱਖੇ ਦੇ ਹਾਲਾਤ ਵੀ ਅਸੀਂ ਤੁਹਾਨੂੰ ਉੱਪਰ ਦਿਖਾ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਪੱਖੇ ਦੇ ਵੀ ਜਿਹੜੇ ਪਰ ਨੇ ਉਹ ਵਿੰਗੇ ਹੋ ਚੁੱਕੇ ਨੇ। ਤਾਂ ਹੋਰ ਵੀ ਜਿਹੜਾ ਘਰ ਦੇ ਵਿੱਚ ਕੀਮਤੀ ਸਮਾਨ ਪਿਆ ਹੋਇਆ ਸੀ ਸਾਰਾ ਸੜ ਕੇ ਸਵਾਹ ਹੋ ਚੁੱਕਾ। ਤਾਂ ਕੋਈ ਵੀ ਚੀਜ਼ ਘਰ ਦੇ ਵਿੱਚ ਨਹੀਂ ਬਚੀ ਜਿਹਨੂੰ ਅੱਗ ਨਾ ਲੱਗੀ ਹੋਵੇ। ਤਾਂ ਲਗਾਤਾਰ ਅਸੀਂ ਗੱਲਬਾਤ ਜਾਰੀ ਰੱਖਾਂਗੇ। ਬੱਬਰਾ ਜੀ, ਕੀ ਕਹਿਣਾ ਚਾਹੁੰਦੇ ਹੋ, ਕਿਉਂਕਿ ਇਹ ਜਿਹੜਾ ਘਰ ਅਸੀਂ ਦਿਖਾ ਰਹੇ ਹਾਂ ਦੂਸਰੀ ਮੰਜ਼ਲ ਦਿਖਾ ਰਹੇ ਹਾਂ ਇੱਥੇ ਵੀ ਬਹੁਤ ਮਾੜੇ ਹਾਲਾਤ ਦਿਖਾਈ ਦੇ ਰਹੇ ਨੇ? ਦੇਖੋ, ਕੱਲ ਜੋ ਹੈ ਅਣਸੁਖਾਵੀ ਜਿਹੜੀ ਘਟਨਾ ਹੋਈ ਆ, ਅਗਰ ਇੱਥੇ ਘਰ ਦੇ ਵਿੱਚ ਅਗਰ ਕੋਈ ਵਿਅਕਤੀ ਵਿਸ਼ੇਸ਼ ਇੱਥੇ ਬਿਰਾਜਮਾਨ ਹੁੰਦਾ ਤੇ ਉਹਨੂੰ ਵੀ ਉਹਦੀ ਜਾਨ ਦਾ ਜਿਹੜਾ ਖਤਰਾ ਜਿਹੜਾ ਉਹ ਉਠਾਉਣਾ ਪੈਂਦਾ। ਸੋ ਜੋ ਰਾਤ ਨੂੰ ਇੱਥੇ ਮੰਜ਼ਰ ਵੇਖਣ ਵਾਲਾ ਹੈਗਾ ਕਿ ਵੀ ਫਾਇਰ ਬ੍ਰਿਗੇਡ ਦੀ ਗੱਡੀਆਂ ਜਿਹੜੇ ਫਾਇਰ ਕਰਮਚਾਰੀ ਆਏ ਸੀ 8 ਤੋਂ 10 ਉਹਨਾਂ ਦੀ ਗਿਣਤੀ ਸੀ। 1.5 ਘੰਟਾ ਸਖਤ ਮੁਸ਼ੱਕਤ ਕਰਨ ਤੋਂ ਬਾਅਦ ਅੱਗ ਨੂੰ ਕਾਬੂ ਪਾਇਆ ਗਿਆ ਕਿਉਂਕਿ ਇਹ ਉਸ ਜੋ ਅੱਗ ਦਾ ਮੰਜ਼ਰ ਸੀਗਾ ਅੰਦਰ ਵੜਨਾ ਇਸ ਘਰ ਦੇ ਵਿੱਚ ਇੱਕ ਬਹੁਤ ਤਗੜਾ ਚੈਲੰਜ ਸੀਗਾ। ਉਸ ਤੋਂ ਬਾਅਦ ਜਿਹੜਾ ਦੂਸਰਾ ਖਤਰਾ ਸੀਗਾ ਕਿ ਵੀ ਇੱਥੇ 3 ਸਿਲੰਡਰ ਪਏ ਸੀਗੇ
ਇਹ ਇੱਕ ਸਿਲੰਡਰ ਉੱਪਰ ਪਿਆ ਸੀ, 2 ਸਿਲੰਡਰ ਗੈਸ ਦੇ ਥੱਲੇ ਪਏ ਸੀ। ਅਗਰ ਉਹ ਸਿਲੰਡਰਾਂ ਨੂੰ ਅੱਗ ਲੱਗਦੀ ਤੇ ਹੋ ਸਕਦਾ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਵਧੇਰੇ ਗਿਣਤੀ ਵਿੱਚ ਹੁੰਦਾ। ਸੋ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਇਹ ਅਪੀਲ ਕਰਨਾ ਚਾਹੁੰਦੇ ਹਾਂ ਅਸੀਂ ਕਿ ਇਹ ਜਿਹੜਾ ਸਾਡਾ ਵੀਰ ਆ, ਇਹਨੇ ਲੋਕਡਾਊਨ ਦੇ ਵਿੱਚ ਤਨ ਮਨ ਧਨ ਤੇ ਖੂਨ ਤੋਂ ਸੇਵਾ ਕੀਤੀ ਆ। ਇਹਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਇਸ ਵੀਰ ਦੀ ਸਰਕਾਰ ਨੂੰ, ਡੀਸੀ ਸਾਹਿਬ ਨੂੰ ਮਦਦ ਕਰਨੀ ਚਾਹੀਦੀ ਹੈ। ਇਸ ਪਰਿਵਾਰ ਨੂੰ ਮੁਆਵਜ਼ਾ ਦੇਣਾ ਚਾਹੀਦਾ, ਕਿਉਂਕਿ 5 ਤੋਂ 6 ਲੱਖ ਰੁਪਏ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਵਾ ਕਿ ਇਸ ਘਰ ਦਾ ਜਿਹੜਾ ਨੁਕਸਾਨ ਹੋਇਆ ਤਕਰੀਬਨ 3 ਤੋਂ 3.5 ਲੱਖ ਰੁਪਈਆ ਦਾ ਜਿਹੜਾ ਕਰਿਆਨੇ ਦਾ ਸਮਾਨ ਪਿਆ ਸੀਗਾ ਦੁਕਾਨ ਦੇ ਅੰਦਰ, ਉਹਦੇ ਨਾਲ 18 ਤੋਂ 20 ਹਜ਼ਾਰ ਰੁਪਈਆ ਕੈਸ਼ ਵੀ ਪਿਆ ਸੀਗਾ। ਸੋ ਘਰ ਦੇ ਵਿੱਚ ਇੱਕ ਵੀ ਚੀਜ਼ ਨਹੀਂ ਬਚੀ ਕਿ ਵੀ ਜਿਹੜੀ ਉਹ ਕੱਲ ਨੂੰ ਵਰਤੋਂ ਵਿੱਚ ਲੈ ਕੇ ਆਉਣ। ਹਰ ਚੀਜ਼ ਸੜ ਕੇ ਸਵਾਹ ਹੋ ਗਈ। ਤਾਂ ਅਸੀਂ ਤੁਹਾਨੂੰ ਪੌੜੀਆਂ ਦੇ ਵੀ ਹਾਲਾਤ ਦਿਖਾ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਪੌੜੀਆਂ ਦੇ ਵਿੱਚ ਜਿਹੜੀਆਂ ਗ੍ਰਿਲਾਂ ਲੱਗੀਆਂ ਨੇ ਉਹ ਵੀ ਟੁੱਟ ਚੁੱਕੀਆਂ ਨੇ। ਤਾਂ ਅੱਗ ਕਾਫੀ ਜ਼ਿਆਦਾ ਸੀ। ਤਾਂ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਜਿਹੜੇ ਅੱਗ ਜਿਹੜੇ ਕਾਰਨ ਹੈ, ਜਿਹੜੇ ਅੰਦਰ ਸਿਲੰਡਰ ਵੀ ਪਏ ਹੋਏ ਸੀ ਤੇ ਜਿਹੜੇ 3 ਸਿਲੰਡਰ ਨੇ ਉਹ ਜਿਹੜੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਪਹੁੰਚੇ ਸੀ ਉਹਨਾਂ ਦੇ ਵੱਲੋਂ ਕੱਢੇ ਗਏ ਸੀ। ਜੇ ਅਗਰ ਸਿਲੰਡਰ ਨਾ ਕੱਢੇ ਜਾਂਦੇ ਤਾਂ ਇਹਦੀ ਤਸਵੀਰ ਹੋਰ ਵੀ ਮਾੜੀ ਹੋਣੀ ਸੀ। ਤਾਂ ਪਰ ਕਾਫੀ ਵੱਡੀ ਘਟਨਾ ਜੋ ਕਿ ਰਾਤ ਨੂੰ ਘਟੀ ਹੈ। ਤਾਂ 12:30-1 ਵਜੇ ਦਾ ਕਰੀਬ ਦਾ ਸਮਾਂ ਸੀ ਜਦੋਂ ਘਰ ਦੇ ਵਿੱਚ ਅੱਗ ਲੱਗਦੀ ਹੈ। ਤਾਂ ਅੱਗ ਬਹੁਤ ਜ਼ਿਆਦਾ ਸੀ ਜਿਹਦੇ ਕਰਕੇ ਕੋਈ ਵੀ ਚੀਜ਼ ਨਹੀਂ ਬਚੀ। ਤਾਂ ਘਰ ਪੂਰਾ ਸੜ ਕੇ ਸਵਾਹ ਹੋ ਗਿਆ। ਤਾਂ ਤੁਹਾਨੂੰ ਬੈਕ ਸਾਈਡ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਘਰ ਦੀ ਕੋਈ ਵੀ ਚੀਜ਼ ਜਿਹੜੀ ਨਹੀਂ ਬਚੀ ਹੋਈ ਦਿਖਾਈ ਦੇ ਰਹੀ। ਤਾਂ ਸਾਰਾ ਘਰ ਕਾਲਾ ਕਾਲਾ ਹੋਇਆ ਦਿਖਾਈ ਦੇ ਰਿਹਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਘਰ ਦੇ ਵਿੱਚ ਜਿਹੜੀ ਆ ਕਿ ਅੱਗ ਲੱਗ ਕੇ ਜਿਹੜਾ ਪੂਰਾ ਘਰ ਹੈ ਉਹ ਸਵਾਹ ਹੋ ਚੁੱਕਾ। ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਉੱਪਰ ਜਿਹੜੀ ਰਸੋਈ ਪਈ ਹੋਈ ਹੈ ਤਾਂ ਇਸ ਦੇ ਅੰਦਰ ਵੀ ਜਿਹੜਾ ਸਿਲੰਡਰ ਹੈ ਪਿਆ ਹੋਇਆ ਸੀ। ਤਾਂ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਕੋਠੇ ਤੇ ਬੜੀ ਮੁਸ਼ਕਲ ਦੇ ਨਾਲ ਚੜ੍ਹਦੇ ਹਨ ਤੇ ਇੱਥੇ ਚੜ੍ਹ ਕੇ ਉਹਨਾਂ ਦੇ ਵੱਲੋਂ ਲਗਾਤਾਰ ਜਿਹੜੇ ਘਰ ਦੇ ਵਿੱਚ ਸਿਲੰਡਰ ਪਏ ਸੀ ਉਹਨਾਂ ਨੂੰ ਸਭ ਤੋਂ ਪਹਿਲਾਂ ਬਾਹਰ ਕੱਢਿਆ ਗਿਆ। ਉਹਨਾਂ ਦੇ ਵੱਲੋਂ ਚਲਦੀ ਅੱਗ ਦੇ ਵਿੱਚ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੇ ਵੱਲੋਂ ਵੱਡੀ ਜਿਹੜੀ ਡਿਊਟੀ ਹੈ ਰਾਤ ਨੂੰ ਨਿਭਾਈ ਗਈ ਤਾਂ ਉਹਨਾਂ ਦੇ ਵੱਲੋਂ ਪੂਰੀ ਅੱਗ ਤੇ ਕਾਬੂ ਪਾਇਆ ਗਿਆ। ਪਰ ਅੱਗ ਇੰਨੀ ਜ਼ਿਆਦਾ ਸੀ ਕਿ ਘਰ ਪੂਰਾ ਸੜ ਕੇ ਸਵਾਹ ਹੋ ਚੁੱਕਾ। ਤਾਂ ਨਾਲ ਅਸੀਂ ਗੱਲਬਾਤ ਜਾਰੀ ਰੱਖਾਂਗੇ ਕੀ ਕਹਿਣਾ ਚਾਹੁੰਦੇ ਹੋ, ਕਿਉਂਕਿ ਲਗਾਤਾਰ ਜਿਹੜੇ ਤੁਹਾਡੇ ਆਸਰਾ ਵੈਲਫੇਅਰ ਫਾਊਂਡੇਸ਼ਨ ਦੇ ਜਿਹੜੇ ਕੈਸ਼ੀਅਰ ਨੇ ਜੋਨੀ, ਉਹਨਾਂ ਦੇ ਵੱਲੋਂ ਕਾਫੀ ਮਦਦ ਲੋਕਾਂ ਦੀ ਕੀਤੀ ਜਾ ਰਹੀ ਹੈ। ਜਿਹੜੇ ਘਰਾਂ ਦੇ ਵਿੱਚ ਰੋਸ਼ਨੀ ਨਹੀਂ ਸੀ ਉਹਨਾਂ ਘਰਾਂ ਦੇ ਵਿੱਚ ਜਾ ਕੇ ਰੋਸ਼ਨੀ ਦਿੱਤੀ ਗਈ ਹੈ। ਤਾਂ ਪਰ ਉਹ ਆਪਣੇ ਘਰ ਦੇ ਵਿੱਚ ਹੀ ਹਨੇਰਾ ਕਰ ਬੈਠੇ ਨੇ। ਅੱਜ ਦੇਖੋ, ਸਾਡੀ ਆਸਰਾ ਵੈਲਫੇਅਰ ਫਾਊਂਡੇਸ਼ਨ ਰਜਿਸਟਰ ਸ਼੍ਰੀ ਅੰਮ੍ਰਿਤਸਰ ਪਿਛਲੇ 6 ਸਾਲਾਂ ਤੋਂ ਹਰੇਕ ਸਮਾਜ ਦੇ ਪ੍ਰਤੀ ਸੇਵਾਵਾਂ ਨਿਭਾ ਰਹੀ ਹੈ। ਚਾਹੇ ਖੂਨਦਾਨ ਦੇ ਕੈਂਪ ਲਗਾ ਕੇ, ਚਾਹੇ ਲੋੜਵੰਦ ਵਿਧਵਾ ਭੈਣਾਂ ਨੂੰ ਰਾਸ਼ਨ ਮੁਹੱਈਆ ਕਰਵਾ ਕੇ, ਚਾਹੇ ਗਰੀਬ ਪਰਿਵਾਰਾਂ ਨੂੰ ਉਹਨਾਂ ਦੀਆਂ ਛੱਤਾਂ ਬਣਵਾ ਕੇ। ਸੋ ਅੱਜ ਜਿਹੜਾ ਸਾਡਾ ਵੀਰ ਆ ਆਪਣੇ ਆਪ 'ਚ ਟੁੱਟ ਗਿਆ ਵਾ, ਕਿਉਂਕਿ ਇਸ ਵੀਰ ਨੇ, ਮੈਂ ਦੱਸ ਨਹੀਂ ਸਕਦਾ, ਜੇਕਰ 6 ਸਾਲਾਂ ਤੋਂ ਸਾਡੀ ਟੀਮ ਨੇ ਅਗਰ ਸਮਾਜ ਦੇ ਪ੍ਰਤੀ ਸੇਵਾਵਾਂ ਨਿਭਾਈਆਂ, 80% ਇਸ ਵੀਰ ਦਾ ਯੋਗਦਾਨ ਸੀ। ਚਾਹੇ ਫਾਈਨੈਂਸ਼ੀਅਲ ਸੀਗਾ ਤੇ ਚਾਹੇ ਬਲੱਡ ਡੋਨੇਸ਼ਨ ਦੇ ਪ੍ਰਤੀ ਸੀਗਾ ਤੇ ਚਾਹੇ ਸਾਡੀ ਸੇਵਾਵਾਂ ਨੂੰ ਸਮਾਂ ਦੇਣ ਦੇ ਪ੍ਰਤੀ ਸੀਗਾ। ਇਸ ਵੀਰ ਨੇ ਕਦੀ ਵੀ ਸੇਵਾ ਦੇ ਵਿੱਚ, ਲੋਕਡਾਊਨ ਦੇ ਵਿੱਚ, ਕਰੋਨਾ ਦੇ ਦੌਰਾਨ ਇਸ ਵੀਰ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ, ਦਿਨ ਹੋਵੇ ਚਾਹੇ ਰਾਤ ਹੋਵੇ, ਆਪਣੀ ਇਸ ਕਰਿਆਨੇ ਦੀ ਦੁਕਾਨ ਤੋਂ ਉਹਨਾਂ ਲੋਕਾਂ ਤੱਕ, ਉਹਨਾਂ ਘਰਾਂ ਤੱਕ, ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਮੁਹੱਈਆ ਕਰਵਾਇਆ ਕਿ ਜਿਹੜੇ ਉਸ ਟਾਈਮ ਦੇ ਉੱਤੇ ਅਨਾਜ ਤੋਂ ਵਾਂਝੇ ਸਨ। ਤਾਂ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਨਾ ਚਾਹੁੰਦਾ, ਇਹੋ ਜਿਹੇ ਸਮਾਜ ਸੇਵੀ ਵੀਰ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਇਸ ਦੀ ਮਦਦ ਲਈ ਮੌਜੂਦਾ ਸਰਕਾਰ ਤੇ ਸਾਡੇ ਡੀਸੀ ਸਾਹਿਬ ਨੂੰ ਵੱਧ ਚੜ੍ਹ ਕੇ ਸਹਿਯੋਗ ਦੇਣਾ ਚਾਹੀਦਾ, ਕਿਉਂਕਿ ਜੇਕਰ ਇਹ ਅੱਜ ਟੁੱਟ ਗਿਆ ਨਾ, ਕੱਲ੍ਹ ਨੂੰ ਇਹਨੇ ਵੀਰ ਨੇ ਅੰਦਰੋਂ ਅੰਦਰ ਹੀ ਖਤਮ ਹੋ ਜਾਣਾ। ਤੇ ਅਸੀਂ ਆਪਣੀ ਆਸਰਾ ਵੈਲਫੇਅਰ ਫਾਊਂਡੇਸ਼ਨ ਦੀ ਟੀਮ ਵੱਲੋਂ, ਅਸੀਂ ਖੁਦ ਵੀ ਆਪਣੀ ਟੀਮ ਵੱਲੋਂ ਜਿਹੜੀ ਡੋਨੇਸ਼ਨ ਕਲੈਕਟ ਹੋਏਗੀ ਆਪਣੇ ਟੀਮ ਮੈਂਬਰਾਂ ਦਾ, ਜਿਹੜਾ ਅਸੀਂ ਮੰਥਲੀ ਦਸਵੰਧ ਕੱਢਦੇ ਹਾਂ, ਅਸੀਂ ਵੀ ਇਹ ਵੀਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ। ਪਰ ਜਿੰਨੀ ਕੋ ਇਸ ਵੀਰ ਨੂੰ ਨੁਕਸਾਨ ਹੋ ਚੁੱਕਾ ਵਾ, ਕਿਤੇ ਨਾ ਕਿਤੇ ਅਸੀਂ ਵੀ ਅਸਮਰਥ ਹਾਂ ਉਹ ਪੂਰਾ ਨੁਕਸਾਨ ਇਹਦੀ ਪੂਰਤੀ ਕਰਨ ਵਾਸਤੇ। ਤਾਂ ਕੀ ਕਹਿਣਾ ਚਾਹੁੰਦੇ, ਕਿਉਂਕਿ ਕਾਫੀ ਜਿਹੜੇ ਲੀਡਰ ਨੇ ਉਹਨਾਂ ਦੇ ਵੱਲੋਂ ਵੀ ਲਗਾਤਾਰ ਤੁਹਾਡੇ ਨਾਲ ਕਾਲ ਕੀਤੀਆਂ ਜਾਂਦੀਆਂ ਨੇ, ਜਦੋਂ ਉਹਨਾਂ ਨੂੰ ਕਿਸੇ ਵੀ ਲੋੜ ਹੁੰਦੀ ਹੈ, ਮਦਦ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਫੋਨ ਕਰਦੇ ਨੇ ਕਿ ਇਸ ਘਰ ਦੇ ਵਿੱਚ ਤੁਸੀਂ ਜਾਓ ਤੇ ਤੁਹਾਡੀ NGO ਬਹੁਤ ਵਧੀਆ ਕੰਮ ਕਰ ਰਹੀ ਹੈ ਤਾਂ ਇਹਨਾਂ ਦੀ ਵੀ ਹੈਲਪ ਕੀਤੀ ਜਾਵੇ। ਕੀ ਜਿਹੜੇ ਉਹ ਲੀਡਰ ਨੇ ਹੁਣ ਤੁਹਾਡੀ ਹੈਲਪ ਕਰ ਰਹੇ ਨੇ? ਮੈਂ ਤਾਂ ਦੇਖੋ ਰਾਜਨੀਤੀ ਤੋਂ ਹਟ ਕੇ ਸਾਰੀਆਂ ਹੀ ਪਾਰਟੀ ਦੇ ਨੁਮਾਇੰਦਿਆਂ ਨੂੰ ਹੱਥ ਬੰਨ੍ਹ ਕੇ ਅਪੀਲ ਕਰਨਾ ਚਾਹੁੰਦਾ ਕਿ ਦੇਖੋ, ਇਹ ਉਹ ਵੀਰ ਨੇ, ਉਹ ਕਰੋਨਾ ਯੋਧੇ ਨੇ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ, ਕਿਉਂਕਿ ਫਰਜ਼ ਤਾਂ ਸਰਕਾਰਾਂ ਦੇ ਬਣਦੇ ਸੀਗੇ, ਪਰ ਸਮਾਜ ਸੇਵੀ ਸੰਸਥਾਵਾਂ ਨੇ ਜੋ ਕਰੋਨਾ ਦੇ ਦੌਰਾਨ ਸੇਵਾ ਵਾਲੇ ਕਾਰਜ ਕੀਤੇ ਆ ਉਹ ਸ਼ਲਾਘਾਯੋਗ ਨੇ। ਪਰ ਜੇਕਰ ਅੱਜ ਅਜਿਹੇ ਸਮਾਜ ਸੇਵਕ ਨੂੰ ਅਗਰ ਸਰਕਾਰਾਂ ਦੀ ਜ਼ਰੂਰਤ ਪੈਂਦੀ ਹੈ ਤੇ ਸਰਕਾਰਾਂ ਨੂੰ ਵੱਧ ਚੜ੍ਹ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ, ਕਿਉਂਕਿ ਇਹੋ ਜਿਹੀ ਦੁੱਖ ਦੀ ਘੜੀ ਦੇ ਵਿੱਚ ਜੇਕਰ ਸਾਡੀ ਟੀਮ ਨੇ ਕਦੀ ਆਪਣੀ ਜ਼ਿੰਦਗੀ ਜਾਨ ਦੀ ਪਰਵਾਹ ਨਹੀਂ ਕੀਤੀ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਈ, ਤੇ ਸਰਕਾਰ ਨੂੰ ਵੀ ਆਪਣਾ ਫਰਜ਼ ਸਮਝਦੇ ਹੋਏ ਡੀਸੀ ਸਾਹਿਬ ਨੂੰ ਅਪੀਲ ਕਰਨੀ ਚਾਹੀਦੀ ਹੈ ਇਸ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ। ਤਾਂ ਇਸ ਵੇਲੇ ਜੋਨੀ ਵੀਰ ਵੀ ਸਾਡੇ ਨਾਲ, ਜਿਹੜੇ ਘਰ ਦੇ ਵਿੱਚ ਅੱਗ ਲੱਗੀ ਹੈ ਤਾਂ ਟੋਟਲ ਕਿੰਨਾ ਨੁਕਸਾਨ ਹੋਇਆ? ਟੋਟਲ ਭਾਜੀ 6-7 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਸਾਡੇ ਸਾਰਾ। ਕਰਿਆਨੇ ਦਾ ਸਮਾਨ ਪਾ ਕੇ, ਘਰ ਦਾ ਸਾਰਾ ਪਾ ਕੇ, ਜਿੱਦਾਂ ਮਤਲਬ
ਆਪਣਾ ਜਿੱਦਾਂ ਬੂਹੇ ਹੋ ਗਏ, ਜਿੱਦਾਂ ਮਤਲਬ ਸਾਰੇ ਆਪਣੇ ਸਾਰਾ ਸਾਡਾ ਪੱਥਰ ਪੁੱਥਰ ਸਾਡਾ ਸਾਰਾ ਮਤਲਬ ਤੈਸ਼ ਨੈਸ਼ ਹੋ ਗਿਆ ਘਰ ਸਾਰਾ। ਤੇ ਸਾਰਾ ਮਤਲਬ ਬਹੁਤ ਜ਼ਿਆਦਾ ਸਾਡੇ ਘਰ 'ਚ ਨੁਕਸਾਨ ਹੋਇਆ। ਤੇ ਮੈਂ ਸਰਕਾਰ ਅੱਗੇ ਅਪੀਲ ਕਰਨਾ ਚਾਹੁੰਦਾ ਕਿ ਮਤਲਬ ਮੇਰੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਤੇ ਤਾਂ ਅਸੀਂ ਜੋਨੀ ਵੀਰ ਜਿਹੜੇ ਘਰ ਦੇ ਵਿੱਚ ਅੱਗ ਲੱਗੀ ਹੈ ਤਾਂ ਅੱਗ ਲੱਗਣ ਦੇ ਨਾਲ ਘਰ ਪੂਰਾ ਸੜ ਕੇ ਸਵਾਹ ਹੋ ਚੁੱਕਾ ਹੈ। ਤਾਂ ਇਹਨਾਂ ਦੇ ਵੱਲੋਂ ਸਰਕਾਰ ਦੇ ਕੋਲੋਂ ਵੀ ਮੰਗ ਕੀਤੀ ਗਈ। ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਜਿਹੜੀਆਂ ਲੋਕਾਂ ਦੀ ਹੈਲਪ ਕਰਦੀਆਂ ਸੀ ਤਾਂ ਉਹਨਾਂ ਦੇ ਘਰ ਦੇ ਵਿੱਚ ਹੀ ਹੁਣ ਅੱਗ ਲੱਗ ਚੁੱਕੀ ਹੈ। ਤਾਂ ਉਹਨਾਂ ਦੇ ਵੱਲੋਂ ਅੱਜ ਮਦਦ ਮੰਗੀ ਜਾ ਰਹੀ ਆ। ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਇਹਨਾਂ ਦੀ ਬਾਂਹ ਫੜਦੀ ਹੈ ਜਾਂ ਨਹੀਂ। ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਜਗਬਾਣੀ ਟੀਵੀ ਦੇ ਲਈ ਗੁਰਪ੍ਰੀਤ ਸਿੰਘ, ਅੰਮ੍ਰਿਤਸਰ।